ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਜਦੋਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੀ ਜਿਹੜੀ ਉਮਰ ਸੀ ਉਹਨਾਂ ਟਾਈਮਾਂ ਦੇ ਵਿੱਚ ਤਕਰੀਬਨ 12-13 ਸਾਲ ਦੀ ਸੀ ਅਤੇ ਇਹਨਾਂ ਦਾ ਨਾਮ ਸੀਗਾ ਇੰਦਰ ਸਿੰਘ। ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਤਕੜੇ ਜ਼ਿਮੀਂਦਾਰ ਹੁੰਦੇ ਸੀਗੇ ਉਹ ਆਪਣੇ ਘਰਾਂ ਦੇ ਵਿੱਚੋਂ ਸਰੋਂ ਗੱਡਿਆਂ 'ਤੇ ਲੈ ਕੇ ਅਤੇ ਮੰਡੀ ਚਲੇ ਜਾਂਦੇ ਸੀ ਅਤੇ ਖੰਨੇ ਮੰਡੀ ਪਹੁੰਚ ਕੇ ਉਹ ਸਰੋਂ ਵੇਚਦੇ ਹੁੰਦੇ ਸੀ ਅਤੇ ਉੱਥੋਂ ਨਾ ਬੜੇਵੇਂ ਜਿਹੜੇ ਸੀਗੇ ਉਹ ਗੱਡੇ ਭਰ ਕੇ ਵਾਪਸ ਲੈ ਆਉਂਦੇ ਹੁੰਦੇ ਸੀ ਅਤੇ ਇਹ ਬੜੇਵੇਂ ਉਹ ਪਿੰਡਾਂ ਵਿੱਚ ਜਾ ਕੇ ਵੇਚਦੇ ਹੁੰਦੇ ਸੀ। ਤਾਂ ਪਿੰਡਾਂ ਦੇ ਜਿਹੜੇ ਜ਼ਿਮੀਂਦਾਰ ਵਾ ਜਾਂ ਹੋਰ ਜਿਨ੍ਹਾਂ ਨੇ ਡੰਗਰ ਰੱਖੇ ਹੁੰਦੇ ਸੀ ਉਹ ਬੜੇਵੇਂ ਖਰੀਦ ਲੈਂਦੇ ਹੁੰਦੇ ਸੀ ਅਤੇ ਆਪਣੇ ਪਸ਼ੂਆਂ ਨੂੰ ਪਾਉਂਦੇ ਹੁੰਦੇ ਸੀ। ਇਸ ਤਰ੍ਹਾਂ ਇਹ ਜਿਹੜਾ ਬੜੇਵਿਆਂ ਦਾ ਕਾਰੋਬਾਰ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਬੜੇ ਜ਼ੋਰਾਂ 'ਚ ਹੁੰਦਾ ਸੀਗਾ। ਇੱਕ ਵਾਰ ਕੀ ਹੋਇਆ ਕਿ ਸਰਦਾਰ ਬੱਗਾ ਸਿੰਘ ਅਤੇ ਸਰਦਾਰ ਫੁੰਮਣ ਸਿੰਘ ਇਹ ਦੋਵੇਂ ਸਕੇ ਭਰਾ ਸੀਗੇ ਅਤੇ ਇਹਨਾਂ ਦੇ ਨਾਲ ਬਾਬਾ ਇੰਦਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਟਾਈਮਾਂ ਦੇ ਵਿੱਚ ਤਕਰੀਬਨ 12-13 ਸਾਲ ਦੀ ਸੀਗੀ, ਇਹ ਗੱਡੇ ਵਿੱਚ ਬੜੇਵੇਂ ਵੇਚਣ ਵਾਸਤੇ ਜਦ ਇਹ ਮਣੂਕੇ ਇਲਾਕੇ ਦੇ ਵਿੱਚ ਪਹੁੰਚੇ ਸੀਗੇ ਅਤੇ ਉੱਥੇ ਦਾ ਜਿਹੜਾ ਨਗਰ ਸੀਗਾ, ਜਿਵੇਂ ਆਪਾਂ ਸੰਗਤਾਂ ਜਾਣਦੀਆਂ ਕਿ ਜਿਹੜੀਆਂ ਪਿੰਡਾਂ ਦੀਆਂ ਨਾਲੀਆਂ ਕੱਚੀਆਂ ਸੀਗੀਆਂ ਅਤੇ ਵਿੱਚ ਖੱਡੇ ਹੁੰਦੇ ਸੀਗੇ ਅਤੇ ਇਹਨਾਂ ਦਾ ਜਿਹੜਾ ਨਾ ਬੜੇਵਿਆਂ ਦਾ ਗੱਡਾ ਸੀਗਾ ਉਸ ਚਿੱਕੜ ਦੇ ਵਿੱਚ ਫਸ ਗਿਆ। ਜਦੋਂ ਫਸਿਆ ਤਾਂ ਇਹਨਾਂ ਸਾਰਿਆਂ ਨੇ ਬੜਾ ਜ਼ੋਰ ਲਾਇਆ, ਗੱਡਾ ਵਿੱਚੋਂ ਨਹੀਂ ਨਿਕਲਿਆ। ਉਸ ਤੋਂ ਬਾਅਦ ਕੁਛ ਜਿਹੜੇ ਲੋਕ ਸੀ ਉਹ ਵੀ ਇਕੱਠੇ ਹੋਏ, ਉਹਨਾਂ ਨੇ ਵੀ ਨਾਲ ਜ਼ੋਰ ਲਾ ਕੇ ਗੱਡਾ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦੋਨਾਂ ਭਰਾਵਾਂ ਦਾ ਗੱਡਾ ਜਦ ਨਹੀਂ ਨਿਕਲਿਆ ਤਾਂ ਫਿਰ ਸਰਦਾਰ ਬੱਗਾ ਸਿੰਘ ਨੇ ਉੱਠ ਪਿੰਡ ਨੂੰ ਪੁੱਛਿਆ ਵੀ ਇੱਥੇ ਕਿਸੇ ਦੇ ਕੋਈ ਤਕੜੇ ਬਲਦ ਹੈਗੇ ਆ ਜਿਹਨਾਂ ਨੂੰ ਜੋੜ ਕੇ ਅਸੀਂ ਗੱਡਾ ਕੱਢ ਸਕੀਏ। ਤਾਂ ਫਿਰ ਉਹ ਪਿੰਡ ਦੇ ਲੋਕਾਂ ਨੇ ਦੱਸਿਆ ਵੀ ਕਿ ਸਾਡੇ ਪਿੰਡ ਵਿੱਚ ਜਿਹੜੇ ਸ਼ਾਹੂਕਾਰ ਹਨ ਉਹਨਾਂ ਦੇ ਬਲਦ ਤਕੜੇ ਹੈਗੇ ਆ, ਉਹ ਤੁਹਾਡਾ ਜਿਹੜਾ ਗੱਡਾ ਫਸਿਆ ਉਹ ਕੱਢ ਸਕਦੇ ਆ। ਸੋ ਫਿਰ ਇਹ ਜਿਹੜੇ ਸੀਗੇ ਇਹ ਸ਼ਾਹੂਕਾਰ ਦੇ ਘਰ ਦੇ ਗਏ ਅਤੇ ਜਿਹੜੇ ਸ਼ਾਹੂਕਾਰ ਸੀਗੇ ਇਸ 3 ਭਰਾ ਸੀ ਉਹਨਾਂ ਟਾਈਮਾਂ 'ਚ। ਇੱਕ ਦਾ ਨਾਂ ਸੀ ਪ੍ਰੇਮ ਸਿੰਘ, ਦੂਸਰਾ ਸੀ ਬੂਟਾ ਸਿੰਘ, ਤੀਸਰਾ ਸੀ ਫਤਿਹ ਸਿੰਘ। ਇਹ ਤਿੰਨੇ ਭਰਾ ਆਪਣੇ ਤਕੜੇ ਬਲਦ ਲੈ ਕੇ ਆਏ। ਇਹਨਾਂ ਨੇ ਆ ਕੇ ਉਹ ਬੜੇਵੇਂ ਵਾਲੇ ਗੱਡੇ ਦੇ ਅੱਗੇ ਬਲਦ ਜੋੜ ਦਿੱਤੇ ਅਤੇ ਜਦੋਂ ਗੱਡਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਆ, ਬਲਦ ਤਕੜੇ ਸੀਗੇ, ਬਲਦਾਂ ਨੇ ਗੱਡਾ ਜਿਹੜਾ ਸੀ ਆਪਣੇ ਜ਼ੋਰ ਦੇ ਨਾਲ ਖਿੱਚਿਆ ਅਤੇ ਇਹ ਗੱਡਾ ਜਿਹੜਾ ਸੀ ਚਿੱਕੜ ਦੇ ਵਿੱਚੋਂ ਬਾਹਰ ਨਿਕਲ ਗਿਆ। ਜਦ ਚਿੱਕੜ 'ਚੋਂ ਬਾਹਰ ਨਿਕਲਿਆ ਅਤੇ ਇਹ ਸਾਰੇ ਲੋਕ ਜਿਹੜੇ ਬੜੇ ਖੁਸ਼ ਹੋਏ। ਉਸ ਟਾਈਮ ਤਿੰਨਾਂ ਭਰਾਵਾਂ ਵਿੱਚੋਂ ਜਿਹੜੇ ਫਤਿਹ ਸਿੰਘ ਸੀਗੇ ਉਹਨਾਂ ਨੇ ਬਾਬਾ ਇੰਦਰ ਸਿੰਘ ਜਿਨ੍ਹਾਂ ਦੀ ਉਮਰ ਉਸ ਟਾਈਮ 12-13 ਸਾਲ ਦੀ ਸੀ, ਮੋਢੇ 'ਤੇ ਹੱਥ ਰੱਖ ਕੇ ਕਹਿਣ ਲੱਗੇ, ਦੇਖ ਲੈ ਕਾਕਾ, ਅਸੀਂ ਤੇਰਾ ਗੱਡਾ ਚਿੱਕੜ 'ਚੋਂ ਬਾਹਰ ਕੱਢ ਦਿੱਤਾ ਹੈਗਾ। ਜਦ ਇੰਨੀ ਗੱਲ ਹੋਈ ਅਤੇ ਹੁਣ ਬਾਬਾ ਇੰਦਰ ਸਿੰਘ ਜੀ ਹਾਜ਼ਰ ਜਵਾਬ ਸੀ ਅਤੇ ਫਤਿਹ ਸਿੰਘ ਨੂੰ ਕਹਿਣ ਲੱਗੇ ਵੀ ਠੀਕ ਹੈ, ਤੁਸੀਂ ਅੱਜ ਸਾਡਾ ਗੱਡਾ ਚਿੱਕੜ 'ਚੋਂ ਬਾਹਰ ਕੱਢਿਆ, ਅਗਰ ਕਦੀ ਕੋਈ ਸਮਾਂ ਬਣਿਆ ਅਤੇ ਮੈਂ ਇਹ ਤੁਹਾਡਾ ਜਿਹੜਾ ਸਾਡੇ ਉੱਤੇ ਅਹਿਸਾਨ ਵਾ ਇਹ ਜ਼ਰੂਰ ਉਤਾਰਾਂਗਾ। ਦੇਖੋ ਇਸ ਗੱਲ ਦੀ ਸਮਝ ਜਿਹੜੀ ਸੀ ਨਾ ਤਾਂ ਭਾਈ ਫਤਿਹ ਸਿੰਘ ਨੂੰ ਪਤਾ ਲੱਗੀ, ਨਾ ਪ੍ਰੇਮ ਸਿੰਘ ਨੂੰ, ਨਾ ਬੂਟਾ ਸਿੰਘ ਨੂੰ, ਪਰ ਇਸ ਗੱਲ ਦੀ ਰਮਝ ਕੇਵਲ ਅਤੇ ਕੇਵਲ ਬਾਬਾ ਇੰਦਰ ਸਿੰਘ ਹੁਣਾਂ ਨੂੰ ਪਤਾ ਸੀਗਾ। ਸੋ ਦੇਖੋ ਸਮਾਂ ਬਣਿਆ, ਬਾਬਾ ਇੰਦਰ ਸਿੰਘ ਜੀ ਜਿਹੜੇ ਸੀ ਬਾਬਾ ਨੰਦ ਸਿੰਘ ਹੁਣਾਂ ਦੀ ਸੇਵਾ ਦੇ ਵਿੱਚ ਆ ਗਏ। ਤਕਰੀਬਨ ਇਹਨਾਂ ਨੇ ਲਗਭਗ 11 ਸਾਲ ਬਾਬਾ ਨੰਦ ਸਿੰਘ ਹੁਣਾਂ ਦੀ ਸੇਵਾ ਕੀਤੀ। ਜਦ ਬਾਬਾ ਨੰਦ ਸਿੰਘ ਦੀ 11 ਸਾਲ ਸੇਵਾ ਕੀਤੀ, ਇਸ ਸੇਵਾ ਤੋਂ ਬਾਅਦ ਫਿਰ ਜਿਹੜੀ ਨਾਨਕਸਰ ਠਾੜ ਦੀ ਸੇਵਾ ਸੀ ਉਹ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਫਿਰ ਆਪਣੇ ਹੱਥਾਂ ਦੇ ਵਿੱਚ ਲਈ। ਜਦੋਂ ਆਪਣੇ ਹੱਥਾਂ 'ਚ ਲਈ, ਇਹਨਾਂ ਦੇ ਭਰਾ ਜਿਹੜਾ ਸਰਦਾਰ ਬੂਟਾ ਸਿੰਘ ਸੀ ਉਹਦਾ ਪੁੱਤਰ ਸੀਗਾ ਇੱਕ ਨਰੈਣ ਸਿੰਘ ਅਤੇ ਇੱਕ ਇਹਦੇ ਲੜਕੀ ਸੀ। ਸੋ ਇਹ ਜਿਹੜੇ ਬੱਚੇ ਸੀਗੇ ਇਹ ਵੀ ਸਮਾਂ ਪਾ ਕੇ ਜਵਾਨ ਹੋਏ ਤਾਂ ਨਰੈਣ ਸਿੰਘ ਜਿਹੜਾ ਸੀਗਾ ਇਹ ਨਿਹੰਗ ਸਿੰਘਾਂ ਦੇ ਜਿਹੜੇ ਵਸਤਰ ਸੀਗੇ ਉਹ ਪਹਿਨ ਕੇ ਬੜਾ ਖੁਸ਼ ਹੁੰਦਾ ਸੀਗਾ ਅਤੇ ਆਪਣੇ ਆਪ ਨੂੰ ਨਿਹੰਗ ਸਿੰਘ ਹੀ ਕਹਾਉਂਦਾ ਸੀਗਾ। ਅਤੇ ਉਸ ਟਾਈਮ ਜਦ ਨਰੈਣ ਸਿੰਘ ਦੀ ਭੈਣ ਦੀ ਵਿਆਹ ਦੀ ਸ਼ਾਦੀ ਸੀ ਅਤੇ ਇਹ ਜਿਹੜਾ ਨਰੈਣ ਸਿੰਘ ਸੀਗਾ ਨਾ ਇਹ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਆਇਆ। ਜਦ ਆਇਆ ਤਾਂ ਇਹਨੇ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਮੇਰੀ ਭੈਣ ਦੀ ਸ਼ਾਦੀ ਆ ਅਤੇ ਲੇਕਿਨ ਮੇਰੀ ਭੈਣ ਦੀ ਸ਼ਾਦੀ ਦੇ ਵਿੱਚ ਜਿਹੜੇ ਹਲਵਾਈ ਲਾਏ ਆ ਸਾਡੇ ਘਰ ਦੇ ਬਜ਼ੁਰਗਾਂ ਨੇ ਉਹ ਸਾਰੇ ਹਲਵਾਈ ਜਿਹੜੇ ਉਹ ਬੀੜੀਆਂ ਪੀਂਦੇ ਆ ਅਤੇ ਮੈਂ ਨਹੀਂ ਚਾਹੁੰਦਾ ਵੀ ਜਿਹੜੇ ਹਲਵਾਈ ਬੀੜੀਆਂ ਪੀਂਦੇ ਆ ਇਹ ਜਿਹੜੇ ਹਲਵਾਈ ਆ ਸਾਡੇ ਵਿਆਹ ਦੇ ਵਿੱਚ ਕੰਮ ਕਰਨ। ਅਤੇ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ, ਅਗਰ ਇਹ ਹਲਵਾਈ ਬੀੜੀਆਂ ਪੀਣ ਵਾਲੇ ਤੁਸੀਂ ਕੋਈ ਹੋਰ ਬਦਲ ਲਓ, ਆਪਣੇ ਬਜ਼ੁਰਗਾਂ ਨੂੰ ਕਹਿ ਦਿਓ। ਤਾਂ ਫਿਰ ਇਹ ਨਰੈਣ ਸਿੰਘ ਕਹਿਣ ਲੱਗਾ ਕਿ ਮਹਾਂਪੁਰਖੋ ਸਾਡੇ ਜਿਹੜੇ ਬਜ਼ੁਰਗ ਆ ਬੜੇ ਅੜਬ ਆ, ਉਹਨਾਂ ਨੇ ਮੇਰੀ ਗੱਲ ਮੰਨਣੀ ਨਹੀਂ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਜਿਹੜੇ ਸੀ ਉਹ ਮੁਸਕਰਾ ਪਏ ਅਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਹੁਣ ਤੂੰ ਜਾ ਕੇ ਕਹਿ ਦੇ ਉਹ ਤੇਰੀ ਗੱਲ ਮੰਨ ਲੈਣਗੇ। ਸੋ ਇਹ ਬਚਨ ਜਦ ਬਾਬਾ ਈਸ਼ਰ ਸਿੰਘ ਨੇ ਨਰੈਣ ਸਿੰਘ ਹੁਣਾਂ ਨੇ ਕੀਤਾ, ਨਰੈਣ ਸਿੰਘ ਵਾਪਸ ਚਲਾ ਗਿਆ। ਉਹਨੇ ਜਾ ਕੇ ਆਪਣੇ ਬਜ਼ੁਰਗਾਂ ਨੂੰ ਕਹਿ ਦਿੱਤਾ ਹੈ ਵੀ ਇੱਦਾਂ ਕਰਦੇ ਆ, ਇਹ ਜਿਹੜੇ ਹਲਵਾਈ ਆ ਬੀੜੀਆਂ ਪੀਣ ਵਾਲੇ ਆ
ਤੇ ਫਿਰ ਇਸ ਕਰਕੇ ਪਕਵਾਨ ਸ਼ੁੱਧ ਰਹੂਗਾ। ਆਪਾਂ ਹੋਰ ਹਲਵਾਈ ਬਦਲ ਲੈਂਦੇ। ਜਦ ਇੰਨੀ ਗੱਲ ਹੋਈ ਤਾਂ ਫਿਰ ਇਹਨਾਂ ਬਜ਼ੁਰਗਾਂ ਨੇ ਜਿਹੜੀ ਸੀ ਉਹ ਝਾਟੀ ਹਾਂ ਕਰ ਦਿੱਤੀ, ਕਹਿਣ ਲੱਗੇ ਚੱਲ ਠੀਕ ਆ, ਅਗਰ ਤੈਨੂੰ ਕੋਈ ਹੋਰ ਹਲਵਾਈ ਲੱਭਦਾ ਹੈਗਾ ਤਾਂ ਫਿਰ ਤੂੰ ਦੇਖ ਲਾ। ਫਿਰ ਨਰੈਣ ਸਿੰਘ ਇੱਕ ਹਲਵਾਈ ਸੀ ਜਿਹਦਾ ਨਾਂ ਸੀ ਗੁਰਮੁਖ ਸਿੰਘ। ਇਹ ਜਿਹੜਾ ਹਲਵਾਈ ਸੀਗਾ ਇਹ ਗੁਰਸਿੱਖ ਸੀਗਾ, ਅਤੇ ਇਹਨੂੰ ਜਿਹੜਾ ਸੀਗਾ ਉਹ ਵਿਆਹ ਦੇ ਵਿੱਚ ਇਹਨੇ ਸੱਦ ਲਿਆ, ਅਤੇ ਇਹਨੇ ਫਿਰ ਸਰਦਾ ਘਰ ਦਾ ਜਿੰਨਾ ਵੀ ਸਾਰਾ ਪਕਵਾਨ ਸੀਗਾ ਫਿਰ ਇਹ ਗੁਰਮੁਖ ਸਿੰਘ ਨੇ ਬਣਾਇਆ ਸੀਗਾ। ਉਸ ਤੋਂ ਬਾਅਦ ਜਦ ਇਹਨਾਂ ਦੀ ਭੈਣ ਉਹਨਾਂ ਟਾਈਮ ਦੇ ਵਿੱਚ ਢੁਡੀਕੇ ਪਿੰਡ ਵਿਆਹੀ ਗਈ ਸੀ, ਉਸ ਤੋਂ ਬਾਅਦ ਜਿਹੜੀ ਮਠਿਆਈ ਬਚੀ ਹੋਈ ਮਠਿਆਈ ਜਿਹੜੀ ਸੀ ਉਹ ਪ੍ਰੇਮ ਸਿੰਘ, ਬੂਟਾ ਸਿੰਘ, ਫਤਿਹ ਸਿੰਘ ਅਤੇ ਨਾਲ ਨਰੈਣ ਸਿੰਘ ਇਹ ਸਾਰੇ ਲੈ ਕੇ ਜਦੋਂ ਮਹਾਂਪੁਰਖ ਝੋਰੜੀ ਰਹਿੰਦੇ ਹੁੰਦੇ ਸੀ ਉੱਥੇ ਆ ਗਏ। ਜਦ ਆ ਗਏ ਤਾਂ ਇਹਨਾਂ ਨੇ ਉਹ ਮਠਿਆਈ ਪ੍ਰਸ਼ਾਦ ਦੇ ਰੂਪ ਦੇ ਵਿੱਚ ਅੱਗੇ ਰੱਖ ਕੇ ਬਾਬਾ ਜੀ ਅੱਗੇ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਉਹ ਇਹਨਾਂ ਦੇ ਜਿਹੜੇ ਚਾਚਾ ਫਤਿਹ ਸਿੰਘ ਲੱਗਦੇ ਸੀ ਨਰੈਣ ਸਿੰਘ ਦੇ, ਉਹਨਾਂ ਨੂੰ ਦੇਖ ਕੇ ਮੁਸਕਰਾ ਪਏ ਅਤੇ ਕਹਿਣ ਲੱਗੇ, ਕਹਿੰਦੇ ਭਾਈ ਤੂੰ ਉਹੀ ਤਾਂ ਨਹੀਂ ਜਿਨ੍ਹਾਂ ਨੇ ਕਿਸੇ ਟਾਈਮ ਸਾਡਾ ਗੱਡਾ ਕੱਢਿਆ ਸੀ ਬੜੇਮਿਆਂ ਵਾਲਾ, ਜਦੋਂ ਚਿੱਕੜ 'ਚ ਫਸ ਗਿਆ ਸੀਗਾ। ਜਦ ਇੰਨੀ ਗੱਲ ਹੋਈ ਤਾਂ ਉਹ ਫਤਿਹ ਸਿੰਘ ਜਿਹੜੇ ਸੀ ਚਾਚਾ ਜੀ ਉਹ ਵੀ ਬੜੇ ਹੈਰਾਨ ਹੋਏ, ਕਹਿਣ ਲੱਗੇ ਹੈਂ ਇੰਨੇ ਸਾਲਾਂ ਦੀ ਪੁਰਾਣੀ ਗੱਲ ਹੈ, ਮਹਾਂਪੁਰਖਾਂ ਨੇ ਯਕਦਮ ਪਛਾਣ ਕੇ ਸਾਨੂੰ ਦੱਸ ਦਿੱਤੀ ਆ। ਉਹ ਕਹਿਣ ਲੱਗਾ ਜੀ ਮੈਂ ਹੀ ਸੀਗਾ, ਅਸੀਂ ਆਪਣੇ ਬੋਲਦ ਲੈ ਕੇ ਤੁਹਾਡਾ ਗੱਡਾ ਕੱਢਿਆ ਸੀ। ਅਤੇ ਬਾਬਾ ਜੀ ਕਹਿਣ ਲੱਗੇ ਉਸ ਟਾਈਮ ਤਾਂ ਸਾਡੇ ਮੋਢੇ 'ਤੇ ਹੱਥ ਰੱਖ ਕੇ ਕੀ ਆਖਿਆ ਸੀਗਾ, ਅਤੇ ਇਹ ਆਖਿਆ ਸੀਗਾ ਹੈ ਨਾ ਵੀ ਦੇਖ ਕਾਕਾ ਅਸੀਂ ਤੇਰਾ ਗੱਡਾ ਕੱਢਿਆ, ਅਤੇ ਅਸੀਂ ਵੀ ਤੈਨੂੰ ਆਖਿਆ ਸੀਗਾ ਕਿਤੇ ਮੌਕਾ ਬਣਿਆ ਅਤੇ ਅਸੀਂ ਤੇਰਾ ਜਿਹੜਾ ਅਹਿਸਾਨ ਹੈ ਜ਼ਰੂਰ ਚੁਕਾਵਾਂਗੇ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਇਹ ਜਿਹੜੇ ਤਿੰਨੇ ਭਰਾ ਸੀ ਵੈਸੇ ਤਾਂ ਉਹ ਨਾਸਤਕ ਸੀ, ਪਰ ਮਹਾਂਪੁਰਖ ਜਿਹੜੇ ਸੀਗੇ ਉਹ ਕਿਸੇ ਐਸੇ ਰੌਂ ਦੇ ਹੁਕਮ ਦੇ ਵਿੱਚ ਆਏ ਆ ਅਤੇ ਆ ਕੇ ਤਿੰਨਾਂ ਭਰਾਵਾਂ ਨੂੰ ਕਹਿਣ ਲੱਗੇ ਕਿ ਦੇਖੋ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਸਾਡਾ ਗੱਡਾ ਚਿੱਕੜ 'ਚੋਂ ਕੱਢਿਆ ਸੀ, ਅੱਜ ਅਸੀਂ ਤੁਹਾਡਾ ਗੱਡਾ 84 ਲੱਖ ਦੇ ਚੱਕਰ 'ਚੋਂ ਬਾਹਰ ਕੱਢ ਦਿੱਤਾ ਹੈਗਾ। ਬਸ ਇਹ ਵਚਨ ਕਾਹਦਾ ਸੀਗਾ ਮਹਾਂਪੁਰਖਾਂ ਦੇ ਮੁੱਖ 'ਚੋਂ ਨਿਕਲਿਆ। ਇਹ ਤਿੰਨੇ ਭਰਾ ਪ੍ਰੇਮ ਸਿੰਘ, ਬੂਟਾ ਸਿੰਘ, ਫਤਿਹ ਸਿੰਘ ਜਿਵੇਂ ਇਹਨਾਂ ਨੂੰ ਬਿਜਲੀ ਦਾ ਕਰੰਟ ਲੱਗਾ ਹੋਵੇ ਅਤੇ ਉਸੇ ਟਾਈਮ ਇਹਨਾਂ ਦੀ ਜਿਹੜੀ ਨਾਸਤਕਤਾ ਸੀ ਉਹ ਖੰਭ ਲਾ ਕੇ ਉੱਡ ਗਈ। ਅਤੇ ਇਹ ਜਿਹੜੇ ਤਿੰਨੇ ਸੀਗੇ ਇਹ ਮਹਾਂਪੁਰਖਾਂ ਦੇ ਸੇਵਕ ਬਣ ਗਏ, ਆਸਤਕ ਬਣ ਗਏ, ਨਾਮ ਜਪਣ ਲੱਗ ਪਏ। ਅਤੇ ਜਿਹੜਾ ਨਰੈਣ ਸੀਗਾ ਉਹਦੇ ਉੱਤੇ ਤਾਂ ਇੰਨਾ ਪ੍ਰਭਾਵ ਹੋਇਆ ਕਿ ਸਭ ਕੁਝ ਛੱਡ ਕੇ ਬਾਬਾ ਈਸ਼ਰ ਸਿੰਘ ਉਹਨਾਂ ਦੇ ਕੋਲ ਹੀ ਰਹਿਣ ਲੱਗ ਪਿਆ ਸੀ। ਜਦ ਰਹਿਣ ਲੱਗ ਪਿਆ ਇੱਥੇ ਸੇਵਾ ਕਰਨ ਲੱਗਾ, ਜਦ ਸੇਵਾ ਕਰਨ ਲੱਗਾ ਅਤੇ ਫਿਰ ਸੇਵਾ ਕਰਦੇ ਕਰਦੇ ਜਦ ਕੁਛ ਸਮਾਂ ਬੀਤਿਆ, ਆਲੇ ਦੁਆਲੇ ਜਿਹੜੇ ਹੋਰ ਵੀ ਬਹੰਗਮ ਸਾਧੂ ਸੀਗੇ ਜਾਂ ਕੁਛ ਹੋਰ ਸੀ ਉਹਨਾਂ ਦਾ ਜਿਹੜਾ ਵਰਤੀਰਾ ਸੀਗਾ ਉਹ ਨਰੈਣ ਸਿੰਘ ਦੇ ਪ੍ਰਤੀ ਕੋਈ ਬਹੁਤਾ ਵਧੀਆ ਨਹੀਂ ਸੀਗਾ। ਇਸ ਕਰਕੇ ਨਰੈਣ ਸਿੰਘ ਦੇ ਮਨ ਦੇ ਵਿੱਚ ਵੀ ਜਿਹੜੀ ਸੀ ਇਹ ਗੱਲ ਆ ਗਈ ਕਿ ਇੱਥੇ ਮੇਰਾ ਰਹਿਣਾ ਔਖਾ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਹੋਰ ਸੇਵਾਦਾਰ ਸੀ ਉਹਨਾਂ ਨੇ ਵੀ ਗੱਲਾਂ ਕਰਨ ਲੱਗ ਪਏ ਵੀ ਇਹ ਜਿਹੜਾ ਨਰੈਣ ਸਿੰਘ ਇੱਥੇ ਤਾਂ ਰਹਿੰਦਾ ਹੈਗਾ ਕਿ ਇਹ ਕੰਮ ਕਰਨ ਦੇ ਕਾਰਨ ਘਰੋਂ ਭੱਜ ਕੇ ਇੱਥੇ ਆਇਆ ਹੈਗਾ। ਅਤੇ ਕਈਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਘਰ ਕੋਈ ਮੁਕੱਦਮਾ ਕਿਸੇ ਨਾਲ ਲੜਾਈ ਝਗੜਾ ਹੋਊਗਾ ਤਾਂ ਇੱਥੇ ਆ ਗਿਆ ਹੈਗਾ। ਭਾਵ ਕਿ ਇਹ ਜਿੰਨੇ ਮੂੰਹ ਉਨੀਆਂ ਹੀ ਗੱਲਾਂ। ਅਤੇ ਨਰੈਣ ਸਿੰਘ ਗੱਲਾਂ ਸੁਣ ਕੇ ਉੱਥੇ ਦੀਆਂ ਬੜਾ ਦੁਖੀ ਹੋ ਗਿਆ ਅਤੇ ਇੱਕ ਦਿਨ ਇਹਨੇ ਪੱਕਾ ਫੈਸਲਾ ਕਰ ਲਿਆ ਕਿ ਮੈਂ ਇਹ ਜਿਹੜਾ ਠਾਠ ਹੈ ਛੱਡ ਕੇ ਚਲਾ ਜਾਣਾ ਹੈਗਾ। ਪਰ ਜਦੋਂ ਜਾਣ ਲੱਗਾ ਤਾਂ ਅਖੀਰ ਮਨ 'ਚ ਆਇਆ ਵੀ ਚਲੋ ਬਾਬਾ ਈਸ਼ਰ ਸਿੰਘ ਹੁਣਾਂ ਦੇ ਆਖਰੀ ਵਾਰ ਦਰਸ਼ਨ ਕਰਨ ਚੱਲਦੇ ਆ। ਅਤੇ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀਗੇ ਉਹ ਸੰਗਤਾਂ ਨੂੰ ਬਚਨ ਬਲਾਸ ਕਰਨ ਲੱਗੇ ਸੀ। ਜਿਵੇਂ ਹੀ ਨਰੈਣ ਸਿੰਘ ਨੇ ਆ ਕੇ ਮੱਥਾ ਟੇਕਿਆ ਅਤੇ ਦੇਖੋ ਬਾਬਾ ਈਸ਼ਰ ਸਿੰਘ ਦਾ ਕਾਂਟਾ ਜਿਹੜਾ ਸੀਗਾ ਸਿੱਧਾ ਸੰਗਤਾਂ ਤੋਂ ਬਦਲ ਕੇ ਭਾਈ ਨਰੈਣ ਸਿੰਘ ਦੇ ਉੱਤੇ ਚੱਲ ਗਿਆ ਅਤੇ ਬਾਬਾ ਜੀ ਨੇ ਬਚਨ ਕਰਨੇ ਸ਼ੁਰੂ ਕਰ ਦਿੱਤੇ। ਅਤੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਕਿ ਜਦੋਂ ਅਕਾਲ ਪੁਰਖ ਮੁਰਸ਼ਦ ਆਪਣੇ ਸੇਵਾਦਾਰ ਦੀ ਪਰਖ ਲੈਂਦਾ ਹੈਗਾ ਅਤੇ ਫਿਰ ਇਸ ਪਰਖ ਦੇ ਵਿੱਚ ਆਪਣੇ ਸੇਵਾਦਾਰ ਨੂੰ ਟਣਕਾ ਕੇ ਦੇਖਦਾ ਹੈਗਾ। ਅਤੇ ਜਿਹੜੇ ਸੇਵਾਦਾਰ ਪਰਖ ਦੇ ਵਿੱਚ ਢਿੱਲੇ ਰਹਿ ਜਾਂਦੇ ਆ ਉਹ ਸੇਵਾਦਾਰ ਜਿਹੜੇ ਵਿੱਚ ਹੀ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਆ। ਜਦ ਇਸ ਤਰ੍ਹਾਂ ਦੇ ਵਿਚਾਰ ਬਾਬਾ ਈਸ਼ਰ ਸਿੰਘ ਨੇ ਸੰਗਤ ਦੇ ਵਿੱਚ ਸੁਣਾਉਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਨਰੈਣ ਸਿੰਘ ਦੇਖੇ ਕਿ ਇਹ ਤਾਂ ਸਿੱਧੇ ਹੀ ਬਾਬਾ ਜੀ ਮੇਰੇ ਹੀ ਵਿਚਾਰਾਂ ਨੂੰ ਪਕੜ ਕੇ ਮੇਰੀ ਗੱਲ ਕਰ ਰਹੇ ਆ। ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਜਿਹੜਾ ਸੀ ਇਹ ਵੀ ਆਖਿਆ ਸੀ, ਕਹਿੰਦੇ ਭਾਈ ਸੂਰਮਾ ਉਹੀ ਆ ਜਿਹੜਾ ਅੰਤ ਤੱਕ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਨਿਭ ਜਾਵੇ, ਅਤੇ ਜਿਹੜੇ ਅੱਧ ਵਿਚਾਰੇ ਵਿੱਚੋਂ ਛੱਡ ਕੇ ਭੱਜਣ ਉਹ ਫਿਰ ਸੂਰਮੇ ਨਹੀਂ ਕਹਾਉਂਦੇ ਹੈਗੇ। ਇਹ ਤਾਤਕ ਜਦੋਂ ਮਹਾਂਪੁਰਖਾਂ ਨੇ ਵਚਨ ਕੀਤੇ ਫਿਰ ਨਰੈਣ ਸਿੰਘ ਦੇ ਮਨ ਦੇ ਵਿੱਚ ਜਿਹੜਾ ਭੱਜਣ ਦਾ ਵਿਚਾਰ ਸੀ ਪੂਰੀ ਤਰ੍ਹਾਂ ਲੋਪ ਹੋ ਗਿਆ ਅਤੇ ਇਹਨੇ ਮਨ ਦੇ ਵਿੱਚ ਐਸੀ ਪ੍ਰਤਿਗਿਆ ਧਾਰਨ ਕੀਤੀ ਕਿ ਮੇਰੇ ਜੀਵਨ ਦੇ ਵਿੱਚ ਜਿੰਨੇ ਵੀ ਸਵਾਸ ਆ ਮੈਂ ਅੰਤ ਸਵਾਸਾਂ ਤੱਕ ਬਾਬਾ ਜੀ ਦੇ ਇੱਥੇ ਹੀ ਰਹਿ ਕੇ ਸੇਵਾ ਕਰਾਂਗਾ ਅਤੇ ਇੱਥੇ ਹੀ ਆਪਣੇ ਅਖੀਰਲੀ ਸਵਾਸਾਂ ਦੇ ਨਾਲ ਇਹ ਸੇਵਾ ਨਿਭਾਵਾਂਗਾ। ਉਸ ਤੋਂ ਬਾਅਦ ਫਿਰ ਜਿਹੜੇ ਨਰੈਣ ਸਿੰਘ ਸੀਗੇ ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹੇ। ਸੋ ਜਦੋਂ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਝੋਰੜੀ ਸਾਹਿਬ ਰਹਿੰਦੇ ਸੀਗੇ, ਤਕਰੀਬਨ ਮਹਾਂਪੁਰਖ ਝੋਰੜੀ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ 6.5 ਸਾਲ ਰਹੇ ਆ। ਜਦ 6.5 ਸਾਲ ਝੋਰੜੀ ਰਹੇ ਸੰਗਤ ਦਾ ਜਿਹੜਾ ਸੀਗਾ ਸਾਰਾ ਤਾਂਤਾ ਝੋਰੜੀ ਮਹਾਂਪੁਰਖਾਂ ਦੇ ਚਰਨਾਂ ਦੇ ਨਾਲ ਜੁੜ ਗਿਆ ਸੀਗਾ। ਅਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਨਾਨਕ ਸਾਹਿਬ ਦੀ ਮਰਜ਼ਾਦਾ ਸੀ ਉਹ ਵੀ ਢਿੱਲੀ ਹੋ ਗਈ ਸੀਗੀ।
ਤੇ ਕਈ ਜਿਹੜੇ ਵਿਹੰਗਮ ਸਾਧੂ ਸੀ ਵਿੱਚੇ ਛੱਡ ਕੇ ਭੱਜ ਗਏ ਸੀਗੇ। ਜਦ ਵਿੱਚੇ ਛੱਡ ਕੇ ਸੇਵਾ ਭੱਜ ਗਏ ਸੀਗੇ ਤੇ ਨਾਨਕਸਰ ਦੀ ਜਿਹੜੀ ਮਰਜ਼ਾਦਾ ਕਾਫੀ ਢਿੱਲੀ ਹੋ ਗਈ। ਤੇ ਉਸ ਟਾਈਮ ਫਿਰ ਕੁਛ ਪ੍ਰੇਮੀ ਬਾਬਾ ਈਸ਼ਰ ਸਿੰਘ ਹੋਣਾ ਦੇ ਪਾਸ ਆਏ ਸੀ ਤੇ ਇਹਨਾਂ ਦੇ ਵਿੱਚੋਂ ਭੋਲਾ ਸਿੰਘ ਲੰਬੜਦਾਰ ਸੀ ਤੇ ਜਥੇਦਾਰ ਗੁੱਜਰ ਸਿੰਘ ਸੀਗਾ, ਸਰਦਾਰ ਫੁੰਮਣ ਸਿੰਘ ਸੀਗਾ, ਸਰਦਾਰ ਕਿਸ਼ਨ ਸਿੰਘ ਸੀਗਾ, ਸਰਦਾਰ ਟਹਿਲ ਸਿੰਘ ਜੀ ਸੀ, ਸਰਦਾਰ ਸੁੰਦਰ ਸਿੰਘ, ਇਹ ਤਾਤਕ ਹੋਰ ਪਤਵੰਤੇ ਸੱਜਣ ਸੀਗੇ। ਇਹਨਾਂ ਨੇ ਆ ਕੇ ਫਿਰ ਬਾਬਾ ਈਸ਼ਰ ਸਿੰਘ ਹੋਣਾ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਂਪੁਰਖੋ ਤੁਸੀਂ ਆਪ ਪੱਕੇ ਤੌਰ 'ਤੇ ਲੱਗਦਾ ਝੋਰੜੀ ਬੈਠ ਗਏ ਆ ਤੇ ਤੁਹਾਡੇ ਬੈਠਣ ਦੇ ਨਾਲ ਜਿਹੜੀ ਨਾਨਕਸਰ ਦੀ ਸਾਰੀ ਮਰਜ਼ਾਦਾ ਹੈਗੀ ਆ ਉਹ ਸਾਨੂੰ ਲੱਗਦਾ ਕਿ ਖੰਭ ਲਾ ਕੇ ਉੱਡਣੀ ਸ਼ੁਰੂ ਹੋ ਗਈ ਆ। ਤੇ ਅਗਰ ਇਸ ਤਰ੍ਹਾਂ ਰਿਹਾ ਹੈਗਾ ਤਾਂ ਉਹ ਵੀ ਸਮਾਂ ਆ ਜਾਊਗਾ ਜਦੋਂ ਫਿਰ ਬਾਬਾ ਨੰਦ ਸਿੰਘ ਹੋਣਾ ਦਾ ਜਿਹੜਾ ਬਣਾਇਆ ਹੋਇਆ ਠਾਠ ਵਾਹਨ ਉਹ ਇਸੇ ਤਰ੍ਹਾਂ ਧਰਾਇਆ ਰਹਿ ਜਾਊਗਾ। ਜਦ ਇੰਨੀ ਗੱਲ ਇਹਨਾਂ ਸੱਜਣਾ ਨੇ ਬਾਬਾ ਈਸ਼ਰ ਸਿੰਘ ਜੀ ਦੇ ਸਾਹਮਣੇ ਕੀਤੀ ਤੇ ਫਿਰ ਬਾਬਾ ਜੀ ਰੂਪ 'ਚ ਆ ਗਏ। ਰੂਪ 'ਚ ਆ ਕੇ ਕਹਿਣ ਲੱਗੇ ਵੀ ਭਾਈ ਇਸ ਤਰ੍ਹਾਂ ਦੇ ਬਚਨ ਨਾ ਕਰੋ, ਕਿਉਂਕਿ ਬਾਬਾ ਨੰਦ ਸਿੰਘ ਜੀ ਸਾਰੀਆਂ ਗੱਲਾਂ 'ਚ ਸਮਰੱਥ ਵਾ। ਉਹ ਆਪਣੇ ਠਾਠ ਨੂੰ ਆਪ ਹੀ ਨਵਾਂ ਰੂਪ ਦੇ ਕੇ ਉਸ ਨੂੰ ਨਵੇਂ ਸਿਰਿਓਂ ਸਾਜਣਗੇ। ਜਦ ਇੰਨੀ ਗੱਲ ਹੋਈ ਸੀ ਫਿਰ ਇਹਨਾਂ ਸੱਜਣਾਂ ਨੇ ਫਿਰ ਬਾਬਾ ਈਸ਼ਰ ਸਿੰਘ ਨੂੰ ਕਿਹਾ ਸੀ ਕਿ ਮਹਾਂਪੁਰਖੋ ਤੁਸੀਂ ਆਪ ਹੀ ਸਾਨੂੰ ਬਾਬਾ ਨੰਦ ਸਿੰਘ ਹੋਣਾ ਦਾ ਰੂਪ ਲੱਗਦੇ ਆ ਅਤੇ ਤੁਸੀਂ ਉੱਥੇ ਜਾ ਕੇ ਠਾਠ ਦੀ ਸਾਂਭ ਸੰਭਾਲ ਕਰੋ। ਜਦ ਇਹਨਾਂ ਨੇ ਬਹੁਤ ਜ਼ੋਰ ਦਿੱਤਾ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਕਿਹਾ ਸੀ, ਕਹਿੰਦੇ ਭੋਲਾ ਸਿਆਂ ਬਈ ਅਸੀਂ ਆਉਣਾ ਤਾਂ ਚਾਹੁੰਦੇ ਹਾਂ ਪਰ ਜਦ ਤੱਕ ਸਾਨੂੰ ਬਾਬਾ ਨੰਦ ਸਿੰਘ ਹੋਣਾ ਦਾ ਹੁਕਮ ਨਹੀਂ ਹੁੰਦਾ, ਆਗਿਆ ਨਹੀਂ ਮਿਲਦੀ ਤੇ ਅਸੀਂ ਤਦ ਤੱਕ ਨਾਨਕਸਰ ਨਹੀਂ ਆ ਸਕਦੇ। ਪਰ ਜਿੱਦਣ ਵੀ ਹੁਕਮ ਮਿਲ ਗਿਆ ਸਾਨੂੰ ਮਹਾਂਪੁਰਖਾਂ ਦੀ ਸੀਸ ਮਿਲ ਗਈ ਉਹਦੇ ਨਾਲ ਅਸੀਂ ਨਾਨਕਸਰ ਆ ਜਾਵਾਂਗੇ। ਇਹ ਜਿਹੜਾ ਦਲਾਸਾ ਸੀਗਾ ਇਹ ਫਿਰ ਬਾਬਾ ਈਸ਼ਰ ਸਿੰਘ ਨੇ ਇਹਨਾਂ ਸੱਜਣਾਂ ਨੂੰ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਸਮਾਂ ਜਦ ਬਣਿਆ ਸੀਗਾ ਤੇ ਫਿਰ ਭਾਈ ਸੰਤੋਖ ਸਿੰਘ ਤੇ ਇਹਨਾਂ ਦੇ ਨਾਲ ਇੱਕ ਸਰਦਾਰ ਨੱਥਾ ਸਿੰਘ ਜਦ ਇਹ ਵੀ ਚਰਨਾਂ 'ਚ ਆਏ ਸੀ ਤੇ ਬਾਬਾ ਜੀ ਨੇ ਫਿਰ ਇਹਨਾਂ ਨੂੰ ਆਖਿਆ ਸੀਗਾ ਕਿ ਸਾਨੂੰ ਬਾਬਾ ਨੰਦ ਸਿੰਘ ਹੋਣਾ ਦਾ ਹੁਕਮ ਵੀ ਮਿਲ ਗਿਆ ਹੈਗਾ, ਆਗਿਆ ਵੀ ਮਿਲ ਗਈ ਆ ਤੇ ਭੁੱਚੋ ਤੋਂ ਵੀ ਸਾਨੂੰ ਮਹਾਂਪੁਰਖਾਂ ਦੀ ਜਿਹੜੀ ਆਗਿਆ ਉਹ ਹੋ ਗਈ ਆ ਤੇ ਹੁਣ ਅਸੀਂ ਜਾ ਕੇ ਨਾਨਕਸਰ ਠਾਠ ਦੇ ਵਿੱਚ ਸਭ ਤੋਂ ਪਹਿਲਾਂ ਸਰੋਵਰ ਦੀ ਸੇਵਾ ਸੰਭਾਲਾਂਗੇ। ਤੇ ਇਹਦੇ ਵਿੱਚ ਫਿਰ ਬਾਬਾ ਜੀ ਨੇ ਇਹਨਾਂ ਨੂੰ ਆਖਿਆ ਸੀਗਾ, ਕਹਿੰਦੇ ਵੀ ਦੇਖੋ ਅਸੀਂ ਕਿਸੇ ਦੇ ਨਾਲ ਕੋਈ ਵੀ ਜਿਹੜੀ ਆ ਉਹ ਸਲਾਹ ਨਹੀਂ ਕਰਨੀ। ਦੂਸਰੀ ਗੱਲ ਇਹ ਆ ਵੀ ਅਸੀਂ ਕਿਸੇ ਦੀ ਸਰੋਵਰ ਦੇ ਵਿੱਚ ਸੇਵਾ ਦੀ ਰਸੀਦ ਨਹੀਂ ਕੱਟਣੀ, ਨਾ ਕਿਸੇ ਦਾ ਨਾਂ ਲਿਖਣਾ, ਨਾ ਕਿਸੇ ਦਾ ਕੋਈ ਪੱਥਰ ਲਾਉਣਾ, ਨਾ ਅਸੀਂ ਕਿਸੇ ਦੀ ਅਰਦਾਸ ਕਰਨੀ ਆ। ਅਗਰ ਤੁਸੀਂ ਸਾਡੇ ਨਾਲ ਸਹਿਮਤ ਹੈ ਸੇਵਾ ਦੇ ਵਿੱਚ ਤਾਂ ਭਾਈ ਫਿਰ ਤੁਸੀਂ ਹਾਮੀ ਭਰਿਓ, ਅਗਰ ਤੁਸੀਂ ਸਹਿਮਤ ਨਹੀਂ ਹੈ ਤਾਂ ਫਿਰ ਭਾਈ ਹੋਰ ਵੀ ਪ੍ਰੇਮੀ ਜਿਹੜੇ ਆ ਉਹ ਸਾਨੂੰ ਸੇਵਾ ਦੇ ਵਾਸਤੇ ਕਹਿ ਰਹੇ ਆ। ਜਦ ਇੰਨੀ ਗੱਲ ਹੋਈ ਸੀ ਫਿਰ ਸਰਦਾਰ ਸੰਤੋਖ ਸਿੰਘ ਜਿਹੜੇ ਟਰਾਂਸਪੋਰਟ ਕੰਪਨੀ ਦੇ ਮਾਲਕ ਸੀਗੇ ਉਹਨਾਂ ਨੇ ਹੱਥ ਜੋੜ ਕੇ ਬਾਬਾ ਈਸ਼ਰ ਸਿੰਘ ਨੂੰ ਆਖਿਆ ਕਿ ਸਾਡਾ ਮਨ ਤਨ ਧਨ ਜੋ ਵੀ ਹੈ ਨਾ ਉਹ ਆਪ ਦੇ ਪ੍ਰਤੀ ਸਮਰਪਿਤ ਹੈਗਾ। ਉਸ ਤੋਂ ਬਾਅਦ ਫਿਰ ਸੰਤੋਖ ਸਿੰਘ ਹੋਣਾ ਨੇ ਵੀ, ਕਿਉਂਕਿ ਇਹ ਟਰਾਂਸਪੋਰਟ ਕੰਪਨੀ ਦੇ ਮਾਲਕ ਸੀਗੇ, ਇਹਨਾਂ ਨੇ ਇੱਕ 4 ਵੀਲਰ ਕਾਰ ਇਹ ਜਿਹੜੀ ਸੇਵਾ ਸੀ ਇਹ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤੀ ਆ ਤੇ ਇੱਥੋਂ ਤੱਕ ਇਹਨਾਂ ਦੇ ਡਰਾਈਵਰ ਤੇ ਤੇਲ ਪਾਣੀ ਦਾ ਖਰਚਾ ਵੀ ਸਾਰਾ ਸਰਦਾਰ ਸੰਤੋਖ ਸਿੰਘ ਨੇ ਆਪਣੇ ਕੋਲੋਂ ਬਾਬਾ ਜੀ ਨੂੰ ਦੇਣ ਦਾ ਕਰਾਰ ਕੀਤਾ ਸੀਗਾ। ਉਸ ਤੋਂ ਬਾਅਦ ਦੇਖੋ ਜਦ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਆ ਤੇ ਸੇਵਾ ਦੇ ਵਿੱਚ ਸਰਦਾਰ ਸੰਤੋਖ ਸਿੰਘ ਇੰਨੇ ਜਿਹੜੇ ਸੀਗੇ ਉਹ ਮਸਤ ਹੋ ਗਏ ਸੀਗੇ, ਇੰਨੇ ਪ੍ਰੇਮ ਦੇ ਵਿੱਚ ਭਿੱਜ ਗਏ ਸੀਗੇ ਕਿ ਚਾਹੇ ਸਰਦਾਰ ਸੰਤੋਖ ਸਿੰਘ ਉਹਨਾਂ ਟਾਈਮਾਂ ਦੇ ਵਿੱਚ ਪੁੱਤਰ ਨਹੀਂ ਸੀ ਘਰ ਦੇ ਵਿੱਚ, ਪਰ ਇਹਨਾਂ ਨੂੰ ਜਿਹੜੀ ਪੁੱਤਰ ਦੀ ਕਾਮਨਾ ਪਹਿਲਾਂ ਜਿਹੜੀ ਇਹਨਾਂ ਦੇ ਮਨ 'ਚ ਬਣੀ ਸੀ ਉਹ ਸਾਰੀ ਦੀ ਸਾਰੀ ਭੁੱਲ ਗਈ ਸੀ। ਕਿਉਂਕਿ ਜਿਹੜੇ ਪ੍ਰੇਮੀ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਤਰਪਰ ਹੋ ਜਾਂਦੇ, ਉਹਨਾਂ ਦੀ ਜਿਹੜੀ ਇੱਛਾ ਹੈਗੀ ਆ, ਤ੍ਰਿਸ਼ਨਾ ਹੈਗੀ ਜਾਂ ਕਾਮਨਾ ਹੈਗੀ ਆ, ਉਹ ਵੀ ਫਿਰ ਸਮਾਂ ਪਾ ਕੇ ਖੰਭ ਲਾ ਕੇ ਉੱਡ ਜਾਂਦੀ ਆ। ਹੁਣ ਜਿਨ੍ਹਾਂ ਦੇ ਵਿੱਚੋਂ ਗੁਰਦਿਆਲ ਸਿੰਘ ਇਹ ਠੇਕੇਦਾਰ ਸੀਗੇ ਦੇਹਰਾਦੂਨ ਵਾਲੇ, ਸਰਦਾਰ ਕਿਰਪਾਲ ਸਿੰਘ ਹੋਇਆ, ਰਾਮ ਸਿੰਘ ਵੀ ਹੋਏ ਆ, ਇਹੋ ਜਿਹੜੇ ਇਹ ਤਦਕ ਪ੍ਰੇਮੀ ਸੀ ਇਹਨਾਂ ਨੇ ਮਹਾਂਪੁਰਖਾਂ ਦੀ ਆਪਣੀ ਜ਼ਿੰਦਗੀ ਵਿੱਚ ਸਵਾਸਾਂ ਦੇ ਨਾਲ ਸੇਵਾ ਕੀਤੀ ਸੀ ਤੇ ਇਹਨਾਂ ਦੇ ਬੇਸ਼ੱਕ ਕੋਈ ਪੁੱਤਰ ਨਹੀਂ ਸੀ ਹੋਇਆ, ਚਾਹੇ ਮਹਾਂਪੁਰਖਾਂ ਨੇ ਇਹਨੂੰ ਕਿਹਾ ਸੀ ਕੋਈ ਇੱਛਾ ਹੈਗੀ ਤਾਂ ਮੰਗੋ, ਤਾਂ ਪਰ ਇਹਨਾਂ ਨੇ ਕਿਹਾ ਸੀਗਾ ਕਿ ਮਹਾਂਪੁਰਖੋ ਕਿ ਅਸੀਂ ਜਿਹੜੀ ਮਿੱਟੀ ਦੀ ਮੁੱਠ ਕੀ ਕਰਨੀ ਹੈ, ਬਸ ਤੁਸੀਂ ਸਾਨੂੰ ਸੇਵਾ ਹੀ ਬਖਸ਼ੋ। ਐਸੇ ਸਦਕੀ ਸਿੰਘ ਜਿਹੜੇ ਆ ਇਹਨਾਂ ਮਹਾਂਪੁਰਖਾਂ ਦੇ ਸੇਵਕ ਵੀ ਰਹਿ ਚੁੱਕੇ ਆ। ਖੈਰ ਇੱਕ ਵਾਰ ਕੀ ਹੋਇਆ ਸੀਗਾ ਕਿ ਇੱਕ ਪ੍ਰੇਮੀ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਜਿਹੜੀ ਹੈ ਨਾ ਨਵੀਂ ਕਾਰ ਭੇਟਾ ਕੀਤੀ। ਜਦ ਕਾਰ ਭੇਟਾ ਕੀਤੀ ਤੇ ਬੜੇ ਅਦਬ ਦੇ ਨਾਲ ਉਹਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਇਹ ਕਾਰ ਤੁਸੀਂ ਆਪਣੀ ਸੇਵਾ 'ਚ ਰੱਖੋ। ਬਾਬਾ ਈਸ਼ਰ ਸਿੰਘ ਹੁਣਾਂ ਨੇ ਇਸ ਪ੍ਰੇਮੀ ਦੀ ਜਿਹੜੀ ਸੀ ਸੇਵਾ ਪ੍ਰਵਾਨ ਕਰ ਲਈ। ਪ੍ਰਵਾਨ ਕਰਨ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਵੀ ਚਲੋ ਅੱਜ ਸਾਡਾ ਚਿੱਤ ਕਰਦਾ ਕਿ ਅਸੀਂ ਸੈਰ ਕਰਕੇ ਆਈਏ। ਜਦ ਸੈਰ ਕਰਨ ਗਏ ਬਾਬਾ ਜੀ ਨੇ 2-3 ਗੱਡੀਆਂ ਜਿਹੜੀਆਂ ਸੀ ਪ੍ਰੇਮੀਆਂ ਦੀਆਂ ਹੋਰ ਨਾਲ ਤਿਆਰ ਹੋ ਗਈਆਂ ਤੇ ਸਾਰਿਆਂ ਨੇ ਜਿਹੜੇ ਸੀਗੇ ਉਹ ਗੱਡੀਆਂ ਦੇ ਵਿੱਚ ਬੈਠ ਕੇ ਜਦ ਨਿਕਲੇ ਆ ਤੇ ਕਰਦੇ ਕਰਦੇ ਰਸਤੇ ਵਿੱਚ ਫਿਰ ਬਾਬਾ ਜੀ ਨੇ ਪੁੱਛਿਆ ਸੀਗਾ, ਕਹਿਣ ਲੱਗੇ ਵੀ ਆਪਾਂ ਕਿੱਧਰ ਜਾ ਰਹੇ ਹਾਂ? ਤਾਂ ਪ੍ਰੇਮੀ ਕਹਿਣ ਲੱਗੇ ਕਿ ਮਹਾਂਪੁਰਖੋ ਅਸੀਂ ਫਿਰੋਜ਼ਪੁਰ ਸਾਈਡ ਵੱਲ ਜਾ ਰਹੇ ਹਾਂ। ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਫਿਰੋਜ਼ਪੁਰ ਨਹੀਂ, ਅੱਜ ਸਾਡਾ ਚਿੱਤ ਕਰਦਾ ਵੀ ਆਪਾਂ ਅਨੰਦਪੁਰ ਸਾਹਿਬ ਪਹੁੰਚਣਾ ਹੈਗਾ।
ਜਦੋਂ ਇੰਨੀ ਗੱਲ ਹੋਈ ਫਿਰ ਸਾਰੀਆਂ ਗੱਡੀਆਂ ਫਿਰੋਜ਼ਪੁਰ ਦੀ ਜਗ੍ਹਾ ਅਨੰਦਪੁਰ ਸਾਹਿਬ ਪਾ ਲਈਆਂ। ਜਦ ਪਾ ਲਈਆਂ, ਜਦ ਇੱਥੇ ਸਾਰੇ ਪਹੁੰਚੇ ਆ, ਪਹੁੰਚ ਕੇ ਗੱਡੀਆਂ 'ਚ ਉਤਰੇ ਆ, ਫਿਰ ਇਹਨਾਂ ਨੇ ਇੱਥੇ ਕੇਸਗੜ੍ਹ ਸਾਹਿਬ ਆ ਕੇ ਮੱਥਾ ਟੇਕਿਆ। ਉਸ ਤੋਂ ਬਾਅਦ ਜਿੰਨੇ ਵੀ ਗੁਰਧਾਮ ਸੀ ਉਹਨਾਂ ਦੇ ਦਰਸ਼ਨ ਕੀਤੇ। ਇਸ ਤਰ੍ਹਾਂ ਦਰਸ਼ਨ ਕਰਦਿਆਂ ਕਰਦਿਆਂ ਜਦ ਰਾਤ ਹੋਈ ਆ, ਫਿਰ ਬਾਬਾ ਈਸ਼ਰ ਸਿੰਘ ਨੇ ਨਾ ਫਿਰ ਬਾਬਾ ਗੁਰਮੁਖ ਸਿੰਘ ਹੁਣਾਂ ਨੂੰ ਇਹ ਆਖਿਆ, ਕਹਿੰਦੇ ਵੀ ਇਸ ਤਰ੍ਹਾਂ ਕਰੋ, ਤੁਸੀਂ ਇੱਥੇ ਹੈ ਨਾ ਇੱਕ ਮਾਸਟਰ ਦਾ ਘਰ ਹੈਗਾ, ਉੱਥੇ ਮਾਸਟਰ ਦੇ ਘਰੋਂ ਹਰਕੌਰ ਜਿਹੜੀ ਉਹਨਾਂ ਦੀ ਧਰਮ ਪਤਨੀ ਆ ਉਹਦੇ ਕੋਲ ਜਾਓ ਅਤੇ ਉਹਨਾਂ ਨੂੰ ਸਾਡਾ ਸੁਨੇਹਾ ਦੇ ਦਿਓ ਕਿ ਤੁਸੀਂ ਸਾਡੇ ਪਾਸ ਪਹੁੰਚੋ। ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਗੁਰਮੁਖ ਸਿੰਘ ਜਿਹੜੇ ਸੀਗੇ ਇਹ ਮਾਸਟਰ ਦਾ ਘਰ ਪੁੱਛ ਕੇ ਹਰਕੌਰ ਜੀ ਦੇ ਕੋਲ ਗਏ ਅਤੇ ਉਹਨਾਂ ਨੂੰ ਬਾਬਾ ਈਸ਼ਰ ਸਿੰਘ ਹੁਣਾਂ ਦੇ ਆਉਣ ਦੀ ਜਿਹੜੀ ਖਬਰ ਸੀ ਅਨੰਦਪੁਰ ਸਾਹਿਬ ਜਦ ਇਹ ਦਿੱਤੀ ਤਾਂ ਹਰਕੌਰ ਕੌਰ ਜਿਹੜੇ ਸੀਗੇ ਉਹ ਖਬਰ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਹੈਰਾਨ ਵੀ ਰਹਿ ਗਏ। ਪਰ ਫਿਰ ਉਸੇ ਟਾਈਮ ਉਹਨਾਂ ਨੇ ਫਟਾਫਟ ਕੁਛ ਪ੍ਰਸ਼ਾਦ ਲੈ ਕੇ ਅਤੇ ਜਿੱਥੇ ਬਾਬਾ ਈਸ਼ਰ ਸਿੰਘ ਜੀ ਰੁਕੇ ਸੀ ਉੱਥੇ ਜਾ ਕੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਅਤੇ ਬੈਠ ਗਏ। ਜਦ ਬੈਠ ਗਏ ਤਾਂ ਇਹਨਾਂ ਨੇ ਅੱਖਾਂ ਭਰ ਲਈਆਂ। ਜਦ ਅੱਖਾਂ ਭਰ ਲਈਆਂ ਤਾਂ ਬਾਬਾ ਜੀ ਨੇ ਇਹਨਾਂ ਨੂੰ ਦਿਲਾਸਾ ਦਿੱਤਾ, ਕਿਉਂਕਿ ਇਹ ਜਿਹੜਾ ਪਰਿਵਾਰ ਸੀਗਾ ਹਰਕੌਰ ਕੌਰ, ਇਹ ਜਿਹੜਾ ਸੀਗਾ ਇਹ ਪਿੱਛੋਂ ਹੈ ਨਾ ਪਿੰਡ ਬਾਗਾਂ ਦੇ ਵਿੱਚ ਜਿਹੜੇ ਸੀਗੇ ਇਹ ਸਰਦਾਰ ਦਿਆਲ ਸਿੰਘ ਭਗਤ ਜਿਹਨਾਂ ਨੂੰ ਕਹਿੰਦੇ ਹੁੰਦੇ ਸੀ ਉਹਨਾਂ ਦੀ ਨੂੰਹ ਹੁੰਦੇ ਸੀਗੇ। ਕਿਉਂਕਿ ਇਹ ਪਰਿਵਾਰ ਪਹਿਲਾਂ ਤੋਂ ਹੀ ਬਾਬਾ ਨੰਦ ਸਿੰਘ ਹੁਣਾਂ ਦੀ ਸੇਵਾ ਦੇ ਨਾਲ ਜੁੜਿਆ ਹੁੰਦਾ ਸੀਗਾ ਅਤੇ ਦਿਆਲ ਸਿੰਘ ਦੇ ਘਰੋਂ ਜਿਹੜੀ ਕੇਸਰ ਕੌਰ ਸੀ ਇਹ ਤਾਂ ਬਹੁਤ ਜ਼ਿਆਦਾ ਨਿਮਰਤਾ ਭਾਵਨਾ ਦੇ ਵਿੱਚ ਸੇਵਾ ਕਰਦੀ ਸੀ ਉਹਨਾਂ ਟਾਈਮਾਂ ਦੇ ਵਿੱਚ। ਅਤੇ ਫਿਰ ਦਿਆਲ ਸਿੰਘ ਦੇ ਜਿਹੜੇ ਸੀਗੇ ਉਹ 4 ਲੜਕੇ ਸੀ। ਇੱਕ ਸੀਗਾ ਸਰਦਾਰ ਹਰਦਿੱਤ ਸਿੰਘ, ਦੂਸਰਾ ਸੀ ਸਰਦਾਰ ਗੁਰਬਖਸ਼ ਸਿੰਘ, ਤੀਸਰਾ ਸੀ ਸਰਦਾਰ ਗੋਪਾਲ ਸਿੰਘ ਅਤੇ ਚੌਥਾ ਸੀ ਮਾਸਟਰ ਇੰਦਰ ਸਿੰਘ। ਅਤੇ ਇਹ ਜਿਹੜੀ ਬੀਬੀ ਹਰਕੌਰ ਕੌਰ ਸੀ ਇਹ ਮਾਸਟਰ ਇੰਦਰ ਸਿੰਘ ਹੁਣਾਂ ਦੇ ਘਰੋਂ ਸੀਗੀ। ਅਤੇ ਜਿਹੜੇ ਮਾਸਟਰ ਇੰਦਰ ਸਿੰਘ ਹੋਣੀ ਸੀਗੇ ਸਾਰੇ ਭਰਾਵਾਂ ਦੇ ਨਾਲ ਰਲ ਕੇ ਕੀਰਤਨ ਕਰਦੇ ਹੁੰਦੇ ਉਹਨਾਂ ਟਾਈਮਾਂ ਦੇ ਵਿੱਚ। ਅਤੇ ਇੰਦਰ ਸਿੰਘ ਜਿਹੜੇ ਮਾਸਟਰ ਸੀਗੇ ਸਾਰੇ ਸਾਜ਼ਾਂ ਤੋਂ ਜਾਣੂ ਹੁੰਦੇ ਸੀਗੇ। ਅਤੇ ਇਹਨਾਂ ਦੇ ਘਰ ਦੇ ਵਿੱਚ ਮੱਝਾਂ ਗਾਵਾਂ ਉਹਨਾਂ ਦੇ ਟਾਈਮ ਬਹੁਤ ਹੁੰਦੀਆਂ ਸੀ ਜਦੋਂ ਇਹ ਬਾਗੀ ਨਿਵਾਸ ਕਰਦੇ ਹੁੰਦੇ ਸੀਗੇ ਅਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ। ਅਤੇ ਇਹਨਾਂ ਦੇ ਕੋਲ ਜਿਹੜਾ ਮੱਖਣ ਹੁੰਦਾ ਸੀਗਾ ਉਹ ਮੱਖਣ ਵੀ ਜਿਹੜਾ ਸੀਗਾ ਬਾਬਾ ਨੰਦ ਸਿੰਘ ਆਪਣੇ ਸੀਸ ਦੇ ਉੱਤੇ ਟਿਕਾਉਂਦੇ ਹੁੰਦੇ ਸੀਗੇ। ਇਸ ਕਰਕੇ ਸਾਰਾ ਪਰਿਵਾਰ ਜਿਹੜਾ ਸੀਗਾ ਹੈ ਨਾ ਉਹ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਸੀਗਾ। ਇੱਕ ਵਾਰ ਦੱਸਦੇ ਜਦੋਂ ਸਮਾਂ ਬਣਿਆ ਅਤੇ ਕੇਸਰ ਕੌਰ ਦਿਆਲ ਸਿੰਘ ਦੇ ਜਿਹੜੇ ਘਰੋਂ ਸੀਗੇ ਬੀਬੀ ਜੀ, ਇਹ ਜਿਹੜੇ ਸੀਗੇ ਇਹ ਜਦੋਂ ਵੀ ਕੋਈ ਕੱਪੜਾ ਬੁਣਦੇ ਹੁੰਦੇ ਸੀ ਇਹ ਨਾਮ ਸਿਮਰਨ ਸਾਧਨਾ ਦੇ ਨਾਲ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਸੂਤ ਕੱਟਦੇ ਹੁੰਦੇ ਸੀ। ਸੂਤ ਕੱਟਣ ਤੋਂ ਬਾਅਦ ਜਿਸ ਜਲਾਹੇ ਤੋਂ ਕੱਪੜਾ ਬੁਣਦੇ ਹੁੰਦੇ ਸੀ ਉਹ ਜਲਾਹੇ ਨੂੰ ਕਹਿੰਦੇ ਵੀ ਤੂੰ ਅੱਲਾ ਅੱਲਾ ਕਰਕੇ ਕੱਪੜਾ ਬਣਾਉਣਾ ਹੈ। ਅਤੇ ਫਿਰ ਜਦੋਂ ਵੀ ਬਾਬਾ ਨੰਦ ਸਿੰਘ ਹੁਣੀ ਉਹਨਾਂ ਟਾਈਮਾਂ ਦੇ ਵਿੱਚ ਬਾਗਾਂ ਜਾਂਦੇ ਹੁੰਦੇ ਸੀ ਇਹ ਉਹਨਾਂ ਨੂੰ ਉਹ ਕੱਪੜਾ ਭੇਟ ਕਰਦੇ ਹੁੰਦੇ ਸੀ ਅਤੇ ਬਾਬਾ ਨੰਦ ਸਿੰਘ ਹੁਣੀ ਬੜੇ ਪ੍ਰਸੰਨ ਹੁੰਦੇ ਸੀ। ਸੋ ਇੱਕ ਵਾਰੀ ਇਹਨਾਂ ਨੇ ਇਸੇ ਤਰ੍ਹਾਂ ਹੈ ਨਾ ਜਦ ਸੂਤ ਕੱਟਿਆ, ਸੂਤ ਕੱਟਣ ਤੋਂ ਬਾਅਦ ਜਦ ਇਹ ਕੱਪੜਾ ਜਲਾਹੇ ਤੋਂ ਬਣਾਇਆ ਸੀਗਾ ਉਹ ਜਿਹੜਾ ਖੇਸ ਬਣਾਇਆ ਸੀਗਾ ਇਹਨਾਂ ਨੇ ਬਾਬਾ ਨੰਦ ਸਿੰਘ ਹੁਣਾਂ ਵਾਸਤੇ, ਉਸ ਤੋਂ ਬਾਅਦ ਬਾਬਾ ਨੰਦ ਸਿੰਘ ਹੁਣੀ ਜਿਹੜੇ ਜਦ ਸਰੀਰ ਛੱਡ ਗਏ ਸੀਗੇ ਉਹ ਖੇਸ ਜਿਹੜਾ ਸੀਗਾ ਇਹਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਰਹਿ ਗਿਆ ਸੀਗਾ। ਜਦ ਰਹਿ ਗਿਆ ਸੀਗਾ ਅਤੇ ਫਿਰ ਇਹ ਬੀਬੀ ਕੇਸਰ ਕੌਰ ਇਹਦੇ ਮਨ ਦੇ ਵਿੱਚ ਆਇਆ ਵੀ ਜਦੋਂ ਵੀ ਮੈਨੂੰ ਕੋਈ ਪ੍ਰੇਰਨਾ ਮਿਲੂਗੀ ਹੈ ਨਾ ਮੈਂ ਇਸ ਪ੍ਰੇਰਨਾ ਦੇ ਸਦਕਾ ਇਹ ਖੇਸ ਉਹਨਾਂ ਨੂੰ ਭੇਟ ਕਰਾਂਗੀ ਜਿਹੜੀ ਪ੍ਰੇਰਨਾ ਬਾਬਾ ਨੰਦ ਸਿੰਘ ਹੁਣੀ ਮੈਨੂੰ ਦੇਣਗੇ। ਸੋ ਇਸ ਤੋਂ ਬਾਅਦ ਇਹ ਬੀਬੀ ਕੇਸਰ ਕੌਰ ਜੀ ਨੇ ਜਿਹੜਾ ਸੀਗਾ ਇਹ ਜੋ ਖੇਸ ਸੀਗਾ ਇਹ ਸੰਭਾਲ ਕੇ ਰੱਖ ਲਿਆ ਸੀਗਾ। ਜਦ ਸੰਭਾਲ ਕੇ ਰੱਖਿਆ ਸੀ ਅਤੇ ਫਿਰ ਸਮਾਂ ਬਣਿਆ ਸੀਗਾ ਅਤੇ ਜਿਹੜੇ ਮਾਸਟਰ ਇੰਦਰ ਸਿੰਘ ਸੀ ਉਹਨਾਂ ਟਾਈਮਾਂ ਦੇ ਵਿੱਚ ਇਹ ਮਗਿਆਣੀ ਆ ਗਏ ਸੀ। ਇੱਥੇ ਇਹਨਾਂ ਨੇ ਇੱਕ ਹੈ ਨਾ ਦੁਕਾਨ ਪਾ ਲਈ ਸੀ ਬਾਜੇ ਜੋੜੀ ਵਾਲੀ। ਜਦ ਬਾਜੇ ਜੋੜੀ ਵਾਲੀ ਦੁਕਾਨ ਪਾਈ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸੀ ਇਹ ਬਾਜਾ ਜੋੜੀ ਸਿਖਾਉਣਾ ਵੀ ਸ਼ੁਰੂ ਕਰ ਦਿੱਤਾ ਅਤੇ ਹੋਰ ਵੀ ਕਈ ਤਰ੍ਹਾਂ ਦੀ ਮੰਗ ਕਰਨ ਲੱਗ ਪਏ। ਉਸ ਤੋਂ ਬਾਅਦ ਫਿਰ ਜਦ ਇਹ ਬਾਗੀ ਗਏ ਅਤੇ ਇਹਨਾਂ ਨੇ ਆਪਣੀ ਮਾਤਾ ਜੀ ਤੋਂ ਇੰਦਰ ਸਿੰਘ ਹੁਣਾਂ ਨੇ ਖੇਸ ਮੰਗਿਆ ਸੀ। ਜਦ ਖੇਸ ਮੰਗਿਆ ਸੀ ਫਿਰ ਇਹਨਾਂ ਦੀ ਮਾਤਾ ਜੀ ਨੇ ਕਿਹਾ ਸੀਗਾ ਕਿ ਮੈਂ ਖੇਸ ਇਸ ਤਰ੍ਹਾਂ ਨਹੀਂ ਦੇਣਾ, ਮੈਨੂੰ ਜਿੱਥੋਂ ਵੀ ਕੋਈ ਪ੍ਰੇਰਨਾ ਹੋਊਗੀ ਮੈਂ ਖੇਸ ਉਦੋਂ ਦਊਂਗੀ। ਉਸ ਤੋਂ ਬਾਅਦ ਦੇਖੋ ਇੱਕ ਕਾਰਨ ਐਸਾ ਹੋਇਆ ਕਿ ਜਦੋਂ ਫਿਰ ਇੰਦਰ ਸਿੰਘ ਹੁਣਾਂ ਦੇ ਲੜਕਾ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ ਸੰਤ ਗੁਰਮੁਖ ਸਿੰਘ ਹੁਣਾਂ ਨੇ ਇਹਨਾਂ ਦੇ ਲੜਕੇ ਦਾ ਨਾਂ ਗੁਰਚਰਨ ਸਿੰਘ ਰੱਖਿਆ ਸੀਗਾ ਅਤੇ ਉਸ ਲੜਕੇ ਦੀ ਖੁਸ਼ੀ ਦੇ ਵਿੱਚ ਫਿਰ ਸਰਦਾਰ ਇੰਦਰ ਸਿੰਘ ਹੁਣਾਂ ਨੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਰੱਖੀ ਸੀ। ਅਤੇ ਇਸ ਸੇਵਾ ਦੇ ਵਿੱਚ ਜਦ ਇੱਕ ਅਖੰਡ ਪਾਠ ਮਘਿਆਣੇ ਰੱਖਿਆ ਗਿਆ ਸੀਗਾ ਅਤੇ ਇਹ ਫਿਰ ਇੰਦਰ ਸਿੰਘ ਆਪਣੀ ਮਾਤਾ ਬੀਬੀ ਕੇਸਰ ਕੌਰ ਬਾਗਾਂ ਤੋਂ ਲੈ ਕੇ ਆਇਆ ਸੀਗਾ। ਜਦ ਬਾਗਾਂ ਤੋਂ ਮਘਿਆਣੇ ਲੈ ਕੇ ਆਇਆ ਸੀਗਾ ਅਤੇ ਇਹ ਫਿਰ ਬੀਬੀ ਕੇਸਰ ਕੋਲ ਬਾਗਾਂ ਤੋਂ ਨਾਲ ਖੇਸ ਵੀ ਲੈ ਆਈ ਸੀ। ਜਦ ਘਰ ਦੇ ਵਿੱਚ ਅਖੰਡ ਪਾਠ ਸ਼ੁਰੂ ਹੋਣ ਲੱਗਾ ਇਹਨੇ ਖੇਸ ਮਹਾਰਾਜ ਦੀ ਤਾਬਾ ਦੇ ਹੇਠ ਵਿਛਾ ਦਿੱਤਾ। ਜਦ ਵਿਛਾ ਦਿੱਤਾ ਅਤੇ ਉਸ ਤੋਂ ਬਾਅਦ ਇਹ ਖੇਸ ਜਿਹੜਾ ਸੀਗਾ ਮਘਿਆਣੇ ਇਸ ਤਰ੍ਹਾਂ ਰਿਹਾ ਹੈਗਾ। ਅਤੇ ਉਸ ਤੋਂ ਬਾਅਦ ਹਰਪਾਲ ਕੌਰ ਨੇ ਇਹ ਕੇਸ ਇਕੱਠਾ ਕਰਕੇ ਸਾਂਭ ਕੇ ਜਿਹੜਾ ਸੀਗਾ ਉਹ ਇੱਕ ਪਾਸੇ ਟਰੰਕ 'ਚ ਰੱਖ ਲਿਆ ਸੀਗਾ। ਜਦ ਇਹ ਟਰੰਕ 'ਚ ਰੱਖਿਆ ਸੀਗਾ ਉਸ ਤੋਂ ਬਾਅਦ ਦੇਖੋ ਰੌਲੇ ਪਏ ਆ, ਪਾਕਿਸਤਾਨ ਬਣਿਆ। ਸੋ ਬਾਗਾਂ ਦਾ ਵਿੱਚ ਬਾਕੀ ਜਿਹੜਾ ਸਮਾਨ ਸੀਗਾ ਉੱਥੇ ਰਹਿ ਗਿਆ, ਪਰ ਇਹ ਖੇਸ ਜਿਹੜਾ ਸੀਗਾ ਪਹਿਲਾਂ ਮਘਿਆਣੇ ਪਹੁੰਚ ਗਿਆ ਸੀਗਾ।
ਉਸ ਤੋਂ ਬਾਅਦ ਫਿਰ ਜਿਹੜੇ ਹਰਪਾਲ ਕੌਰ ਸੀਗੇ ਇਹ ਖੇਸ ਇਸ ਤਰ੍ਹਾਂ ਲੈ ਕੇ ਜਿਹੜੇ ਸੀਗੇ ਉਹ ਉਹਨਾਂ ਨੇ ਆਪਣੇ ਪਾਸ ਸੰਭਾਲ ਕੇ ਰੱਖਿਆ, ਕਿਉਂਕਿ ਫਿਰ ਜਿਹੜੇ ਇੰਦਰ ਸਿੰਘ ਸੀਗੇ, ਮਾਸਟਰ ਇੰਦਰ ਸਿੰਘ ਜੀ, ਇਹ ਸਮਾਂ ਪਾ ਕੇ ਬਿਮਾਰ ਹੋ ਗਏ ਸੀ। ਜਦ ਬਿਮਾਰ ਹੋ ਗਏ ਸੀ ਇਹਨਾਂ ਪਰਿਵਾਰਾਂ ਨੇ ਫਿਰ ਬਾਬਾ ਈਸ਼ਰ ਸਿੰਘ ਜੀ ਦੇ ਅੱਗੇ ਬੇਨਤੀ ਕੀਤੀ ਸੀ, ਤਾਂ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇੰਦਰ ਸਿੰਘ ਨੂੰ ਕਿਹਾ ਸੀਗਾ ਕਿ ਤੈਨੂੰ ਬਾਬਾ ਨੰਦ ਸਿੰਘ ਹੁਣਾਂ ਨੇ ਨੱਚਣਾ ਸਿਖਾਉਣਾ ਅਤੇ ਆਪ ਜੋ ਨੱਚਣ ਦਾ ਕੰਮ ਕਰਨਾ ਹੈਗਾ, ਇਹ ਕਹਿੰਦੇ ਵੀ ਤੂੰ ਕੰਮ ਬੰਦ ਕਰ ਦੇ, ਤਾਂ ਹੋ ਸਕਦਾ ਹੈ ਇਸ ਕੰਮ ਬੰਦ ਕਰਨ ਦੇ ਨਾਲ ਤੂੰ ਮੁੜ ਕੇ ਫਿਰ ਤੰਦਰੁਸਤ ਹੋ ਜਾਵੇ। ਪਰ ਪਹਿਲਾਂ ਇਹਨੇ ਮਹਾਂਪੁਰਖਾਂ ਦਾ ਹੁਕਮ ਮੰਨ ਲਿਆ ਸੀਗਾ ਅਤੇ ਇਹਨੇ ਨੱਚਣਾ ਸਿਖਾਉਣਾ ਵੀ ਬੰਦ ਕਰ ਦਿੱਤਾ ਸੀ, ਤਾਂ ਆਪਣਾ ਜਿਹੜਾ ਨੱਚਣ ਦਾ ਕੰਮ ਕਾਰ ਸੀਗਾ ਇਹ ਸਾਰਾ ਇਹ ਵੀ ਬੰਦ ਕਰ ਦਿੱਤਾ ਸੀ। ਪਰ ਜਦ ਫਿਰ ਇੰਦਰ ਸਿੰਘ ਜਿਹੜੇ ਸੀਗੇ ਮੁੜ ਕੇ ਫਿਰ ਤੰਦਰੁਸਤ ਹੋ ਗਏ ਸੀਗੇ, ਉਸ ਤੋਂ ਬਾਅਦ ਲੋਕਾਂ ਦੇ ਕਹੇ ਕਹਾਏ ਇਹਨਾਂ ਨੇ ਇਹ ਕੰਮ ਜਿਹੜਾ ਸੀਗਾ ਦੁਬਾਰਾ ਸ਼ੁਰੂ ਕਰ ਦਿੱਤਾ ਸੀ। ਜਦ ਦੁਬਾਰਾ ਸ਼ੁਰੂ ਕੀਤਾ, ਹੁਣ ਮਹਾਂਪੁਰਖਾਂ ਦਾ ਬਚਨ ਕਮਾਇਆ ਨਹੀਂ, ਉਸ ਤੋਂ ਬਾਅਦ ਫਿਰ ਇੰਦਰ ਸਿੰਘ ਮਾਸਟਰ ਜੀ ਇਹ ਦੁਬਾਰਾ ਬਿਮਾਰ ਹੋ ਗਏ ਸੀ। ਫਿਰ ਇੰਨੇ ਬਿਮਾਰ ਹੋ ਗਏ ਸੀ ਅਖੀਰ ਫਿਰ ਇਹ ਅਕਾਲ ਚਲਾਣਾ ਕਰ ਗਏ ਸੀ। ਜਦ ਅਕਾਲ ਚਲਾਣਾ ਕਰ ਗਏ ਉਸ ਤੋਂ ਬਾਅਦ ਫਿਰ ਬੀਬੀ ਜਿਹੜੀ ਸੀ ਹਰਕੌਰ, ਇਹ ਜਿਹੜੇ ਸੀ ਫਿਰ ਇਕੱਲੇ ਰਹਿ ਗਏ ਸੀ। ਇਹਨਾਂ ਨੇ ਫਿਰ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਕੋਈ ਵੀ ਜਨਾਨੀ ਆ ਉਹ ਆਪਣੇ ਘਰ ਵਾਲੇ ਤੋਂ ਬਗੈਰ ਜ਼ਿੰਦਗੀ ਕਿਵੇਂ ਬਸਰ ਕਰ ਸਕਦੀ ਆ। ਮੈਂ ਤਾਂ ਬਸ ਭਾਣਾ ਮੰਨ ਕੇ ਧੱਕੇ ਖਾਂਦੀ ਹਾਂ, ਕਦੇ ਮੈਂ ਜਿਹੜੀ ਆ ਉਹ ਲੁਧਿਆਣੇ ਨੌਕਰੀ ਕਰਦੀ, ਕਦੇ ਜਲੰਧਰ, ਹੁਣ ਮੇਰੀ ਜਿਹੜੀ ਡਿਊਟੀ ਆ ਅਨੰਦਪੁਰ ਸਾਹਿਬ ਆ। ਜਦ ਇਹ ਤਦ ਕਿੰਨੇ ਵਚਨ ਕੀਤੇ ਸੀ, ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਸ ਬੀਬੀ ਨੂੰ ਹੌਸਲਾ ਦਿੱਤਾ ਸੀ ਅਤੇ ਨਾਲ ਨਿਤਨੇਮ ਦਿੱਤਾ ਸੀਗਾ ਕਿ ਤੁਸੀਂ ਨਿਤਨੇਮ ਦੇ ਨਾਲ ਜੁੜੋ, ਨਿਤਨੇਮ ਦੇ ਨਾਲ ਜੁੜੋਗੇ ਤਾਂ ਤੁਹਾਡੀ ਹਮੇਸ਼ਾ ਜਿਹੜੀ ਆ ਉਹ ਚੜ੍ਹਦੀ ਕਲਾ ਰਹੂਗੀ, ਮਨ ਚੜ੍ਹਦੀਆਂ ਕਲਾ ਦੇ ਵਿੱਚ ਹਮੇਸ਼ਾ ਤੁਹਾਡਾ ਇਸ ਤਰ੍ਹਾਂ ਰਹੂਗਾ। ਉਸ ਤੋਂ ਬਾਅਦ ਜਦੋਂ ਫਿਰ ਬਾਬਾ ਜੀ ਜਿਹੜੇ ਸੀ ਰਾਤ ਉੱਥੇ ਰਹਿਣ ਲੱਗੇ, ਉਸ ਤੋਂ ਬਾਅਦ ਫਿਰ ਇੱਕ ਸੇਵਕ ਨਰੈਣ ਸਿੰਘ ਜਿਹੜੇ ਸੀ ਬਾਬਾ ਜੀ ਦੇ, ਉਹ ਫਿਰ ਬੀਬੀ ਹਰਕੌਰ ਕੌਰ ਜੀ ਦੇ ਪਾਸ ਆਏ ਸੀ। ਜਦ ਇਹਦੇ ਪਾਸ ਆਏ ਸੀ ਤਾਂ ਇਹਨਾਂ ਨੇ ਆ ਕੇ ਫਿਰ ਬੀਬੀ ਹਰਕੌਰ ਕੌਰ ਨੂੰ ਇਹ ਗੱਲ ਆਖੀ ਸੀਗੀ ਕਿ ਅਸੀਂ ਸੈਰ ਕਰਨ ਜਿਹੜੇ ਸੀ ਘਰੋਂ ਨਿਕਲੇ ਸੀਗੇ, ਪਰ ਜਾਣਾ ਹੋਰ ਪਾਸੇ ਸੀ। ਬਾਬਾ ਜੀ ਜਿਹੜੇ ਅਨੰਦਪੁਰ ਸਾਹਿਬ ਆਏ ਸੀ ਤਾਂ ਅਸੀਂ ਬਾਬਾ ਜੀ ਦੇ ਵਸਤਰ ਨਹੀਂ ਲਿਆਂਦੇ, ਹੁਣ ਰਾਤ ਹੋ ਗਈ ਆ, ਜੇ ਤੁਹਾਡੇ ਪਾਸ ਕੋਈ ਵਸਤਰ ਹੈਗੇ ਆ ਤਾਂ ਸਾਨੂੰ ਦੇ ਦਿਓ, ਔਰ ਖ਼ਾਸ ਕਰਕੇ ਅਗਰ ਕੋਈ ਹੇਠਾਂ ਵਿਛਾਉਣ ਵਾਲਾ ਵਸਤਰ ਹੈਗਾ ਤਾਂ ਉਹ ਜ਼ਰੂਰ ਦੇਵੋ। ਜਦ ਇੰਨੀ ਗੱਲ ਹੋਈ ਸੀ, ਉਸ ਤੋਂ ਬਾਅਦ ਫਿਰ ਇਸੇ ਬੀਬੀ ਨੇ ਉਹ ਜਿਹੜਾ ਖੇਸ ਸੀਗਾ ਆਪਣੀ ਸੱਸ ਕੇਸਰ ਕੌਰ ਜੀ ਦਾ, ਉਹ ਫਿਰ ਕੱਢ ਕੇ ਜਿਹੜਾ ਸੀ ਉਹ ਇੰਦਰ ਸਿੰਘ ਨੂੰ ਦਿੱਤਾ ਸੀ। ਇੰਦਰ ਸਿੰਘ ਇਹ ਸਾਰੇ ਵਸਤਰ ਲੈ ਕੇ ਜਿਹੜੇ ਸੀਗਾ ਉਹ ਫਿਰ ਬਾਬਾ ਈਸ਼ਰ ਸਿੰਘ ਜੀ ਦੇ ਪਾਸ ਪਹੁੰਚਿਆ ਅਨੰਦਪੁਰ ਸਾਹਿਬ, ਜਿਸ ਕਮਰੇ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਠਹਿਰੇ ਹੋਏ ਸੀ। ਜਦ ਇੰਨੀ ਗੱਲ ਹੋਈ ਤਾਂ ਇਹਨੇ ਜਾ ਕੇ ਜਦ ਵਸਤਰ ਤੇ ਕੇਸ ਬਾਬਾ ਜੀ ਅੱਗੇ ਰੱਖੇ, ਫਿਰ ਬਾਬਾ ਜੀ ਨੇ ਆਖਿਆ ਵੀ ਤੂੰ ਕਿੱਥੋਂ ਲਿਆਇਆ ਹੈਗਾ। ਫਿਰ ਉਹਨੇ ਦੱਸਿਆ ਸੀਗਾ ਕਿ ਇਹ ਜਿਹੜੇ ਵਸਤਰ ਕੇਸ ਹੈਗੇ ਇਹ ਹਰਕੌਰ ਕੌਰ ਜੀ ਤੋਂ ਅਸੀਂ ਆਪ ਮੰਗ ਕੇ ਲਿਆਂਦੇ ਆ, ਕਿਉਂਕਿ ਅਸੀਂ ਤੁਰਨ ਲੱਗੇ ਕੋਈ ਵਸਤਰ ਵਗੈਰਾ ਨਹੀਂ ਸੀ ਲੈ ਕੇ ਆਏ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਕਿ ਬਾਕੀ ਸਾਰਾ ਜਿਹੜਾ ਸਮਾਨ ਹੈਗਾ, ਕੱਪੜਾ ਲੀੜਾ, ਉਹਨਾਂ ਨੂੰ ਵਾਪਸ ਮੋੜ ਦੇ। ਪਰ ਬਾਬਾ ਜੀ ਨੇ ਆਖਿਆ ਸੀਗਾ ਵੀ ਆ ਜਿਹੜਾ ਖੇਸ ਵਾ ਇਹ ਤੂੰ ਰਹਿਣ ਦੇ। ਦੇਖੋ ਮਹਾਂਪੁਰਖਾਂ ਨੇ ਖੇਸ ਰੱਖ ਲਿਆ, ਬਾਕੀ ਸਾਰੇ ਜਿਹੜੇ ਵਸਤਰ ਸੀਗੇ ਉਹਨਾਂ ਨੂੰ ਵਾਪਸ ਮੋੜ ਦਿੱਤੇ। ਜਦ ਵਾਪਸ ਮੋੜ ਦਿੱਤੇ ਤਾਂ ਫਿਰ ਪ੍ਰੇਮੀਆਂ ਨੇ ਜਿਹੜਾ ਸੀਗਾ ਬਾਬਾ ਜੀ ਨੂੰ ਪੁੱਛਿਆ ਕਿ ਮਹਾਂਪੁਰਖੋ ਵੀ ਤੁਸੀਂ ਸਾਰੇ ਵਸਤਰ ਮੋੜ ਦਿੱਤੇ, ਲੇਕਿਨ ਖੇਸ ਕਿਉਂ ਰੱਖਿਆ ਹੈਗਾ। ਫਿਰ ਬਾਬਾ ਜੀ ਨੇ ਉਹ ਖੇਸ ਦੇ ਨਾਲ ਜੇ ਉਹ ਵੀ ਉਹਦੀ ਖੇਸ ਦੀ ਕਹਾਣੀ ਸੀਗੀ ਉਹ ਸਾਰੀ ਫਿਰ ਸਾਰੀਆਂ ਆਪਣੇ ਪ੍ਰੇਮੀਆਂ ਦੇ ਨਾਲ ਜ਼ਾਹਰ ਕੀਤੀ ਸੀ। ਔਰ ਬਾਬਾ ਜੀ ਨੇ ਆਖਿਆ ਸੀਗਾ ਵੀ ਇਸ ਖੇਸ ਕਰਕੇ ਹੀ ਸਾਨੂੰ ਅਨੰਦਪੁਰ ਸਾਹਿਬ ਦੀ ਖਿੱਚ ਪੈਂਦੀ ਸੀਗੀ, ਅਤੇ ਅਸੀਂ ਇਸ ਖੇਸ ਨੂੰ ਲੈਣ ਵਾਸਤੇ ਹੀ ਅਨੰਦਪੁਰ ਸਾਹਿਬ ਆਏ ਸੀਗੇ। ਫਿਰ ਸੰਗਤ ਜਿਹੜੀ ਸੀ ਮਹਾਂਪੁਰਖਾਂ ਦੇ ਬਚਨ ਸੁਣ ਕੇ ਦੰਗ ਰਹਿ ਗਈ ਸੀ। ਅਤੇ ਜਦੋਂ ਬਾਬਾ ਜੀ ਨੇ ਇਹ ਦੱਸਿਆ ਸੀਗਾ ਕਿ ਜਦੋਂ ਵੀ ਅਸੀਂ ਬਹਿੰਦੇ ਹੁੰਦੇ ਸੀ ਇਸ ਖੇਸ ਦੇ ਵਿੱਚੋਂ ਸਾਨੂੰ ਰੋਜ਼ ਅਰਦਾਸਾਂ ਸੁਣਾਈ ਦਿੰਦੀਆਂ ਸੀਗੀਆਂ ਕਿ ਤੁਸੀਂ ਕਦੋਂ ਮੇਰੀ ਸੇਵਾ ਜਿਹੜੀ ਆ ਤੁਸੀਂ ਪ੍ਰਵਾਨ ਕਰੋਗੇ। ਅਤੇ ਇਸ ਕਰਕੇ ਅਸੀਂ ਇਸ ਖੇਸ ਦੀਆਂ ਅਰਦਾਸਾਂ ਸੁਣਨ ਤੋਂ ਬਾਅਦ ਫਿਰ ਕਹਿੰਦੇ ਅਸੀਂ ਅਨੰਦਪੁਰ ਸਾਹਿਬ ਆਏ ਸੀ। ਸੋ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਇਹ ਜਿਹੜੀ ਖੇਸ ਵਾ ਇਹ ਬੜੀ ਦੁਰਲੱਭ ਭੇਟ ਹੈਗੀ ਆ, ਇਸੇ ਕਰਕੇ ਅਸੀਂ ਇਸ ਦੁਰਲੱਭ ਪ੍ਰੇਮ ਰੂਪੀ ਭੇਟ ਨੂੰ ਲੈਣ ਵਾਸਤੇ ਫਿਰ ਅਸੀਂ ਅਨੰਦਪੁਰ ਸਾਹਿਬ ਪਹੁੰਚੇ ਸੀ। ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।